गुड मॉर्निंग बच्चे नवा चैप्टर शुरू करांगे मैटल ते नॉन मैटल क्लास 10th साइंस दा चैप्टर नंबर 3rd है मैटल ते नॉन मैटल। इस टर्मिनल चा इंक्लूड है चैप्टर मैटल। ਆਪਾਂ ਕੱਲ ਵੀ ਥੋੜਾ ਸਟਾਰਟ ਕੀਤਾ ਹੈ ਪਰ ਮੈਨੂੰ ਲੱਗਦਾ ਸੀ ਵੀ ਨੋਟਬੁੱਕ ਤੋਂ ਤੁਹਾਨੂੰ ਕਲੀਅਰ ਨਹੀਂ ਸਮਝ ਲੱਗਾ ਹੋਣਾ, ਤਾਂ ਕਰਕੇ ਮੈਂ ਦੁਬਾਰਾ ਉਹ ਚੀਜ਼ਾਂ ਰਿਪੀਟ ਕਰਨ ਲੱਗਾ। ਪਹਿਲਾਂ ਆਪਾਂ ਦੇਖਦੇ ਹਾਂ ਫਸਟ ਮੈਟਲ। ਮੈਟਲ ਬਾਰੇ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ। ਸਾਇੰਸ ਦੇ ਵਿੱਚ ਮੈਟਲਸ ਦੀ ਗਿਣਤੀ ਕਾਫੀ ਜ਼ਿਆਦਾ। ਜੇਕਰ ਆਪਾਂ ਪੀਰੀਓਡਿਕ ਟੇਬਲ ਵੱਲ ਨਜ਼ਰ ਮਾਰੀਏ, ਪੀਰੀਓਡਿਕ ਟੇਬਲ ਆਪਾਂ ਪਿਛਲੇ ਟਰਮੀਨਲ ਦੇ ਵਿੱਚ ਦੇਖਿਆ ਏ। ਪੀਰੀਓਡਿਕ ਟੇਬਲ ਦੇ 4 ਬਲਾਕ ਹੁੰਦੇ S, D, P ਤੇ F। ਚਾਰ ਬਲਾਕ ਨੇ। ਪਹਿਲੇ ਬਲਾਕ ਨੂੰ ਮੈਂ ਕੀ ਬੋਲਦਾ ਪਿਆ, ਆ ਹੈਗਾ S ਬਲਾਕ। ਫਿਰ ਆ ਜਾਂਦਾ D ਬਲਾਕ। D ਬਲਾਕ ਇਸ ਤੋਂ ਬਾਅਦ ਆ ਜਾਂਦਾ P ਬਲਾਕ। P ਬਲਾਕ ਤੇ ਇਹ ਵਾਲਾ ਜੋ ਮੈਂ ਲਿਖਿਆ ਇਹ ਹੈਗਾ F ਬਲਾਕ। S ਬਲਾਕ ਵਿੱਚ ਸਾਰੇ ਮੈਟਲਸ ਹਾਈਡਰੋਜਨ ਨੂੰ ਛੱਡ ਕੇ। ਜੇਕਰ ਮੈਂ ਇੱਥੇ ਲਿਖਾਂ 18 ਗਰੁੱਪ ਹੁੰਦੇ ਨਾ, ਗਰੁੱਪ ਨੰਬਰ 1, ਗਰੁੱਪ ਨੰਬਰ 2 ਕਿਹੜਾ ਹੁੰਦਾ? ਹਾਈਡਰੋਜਨ, ਲੀਥੀਅਮ, ਸੋਡੀਅਮ। ਇਹਨੂੰ ਥੋੜਾ ਟਾਈਟ ਲਿਖ ਲੈਂਦੇ ਆਪਾਂ। ਹਾਈਡਰੋਜਨ, ਲੀਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ ਤੇ ਫ੍ਰੈਂਸੀਅਮ। ਹੁਣ ਜੇਕਰ ਵੇਖੀਏ ਆ ਜਿਹੜਾ ਹਾਈਡਰੋਜਨ ਆ ਇਕੱਲਾ ਇਸ ਲਾਈਨ ਦੇ ਵਿੱਚ, ਇਹ ਹੈਗਾ ਨੌਨ ਮੈਟਲ। ਨੌਨ ਮੈਟਲ ਤੇ ਬਾਕੀ ਜਿਹੜੇ ਇੱਥੇ ਆਪਾਂ ਨੂੰ ਲੱਭਦੇ ਆ ਇੱਥੋਂ ਲੈ ਕੇ ਇੱਥੋਂ ਤੱਕ, ਇਹ ਹੈਗੇ ਮੈਟਲਸ। ਤੇ ਪਹਿਲੀ ਲਾਈਨ ਦੇ ਵਿੱਚ ਹੀ ਆਪਾਂ ਨੂੰ ਕਿੰਨੇ ਮੈਟਲਸ ਲੱਭ ਗਏ। ਉਸ ਤੋਂ ਬਾਅਦ ਅਗਲੇ ਗਰੁੱਪ 'ਚ ਆ ਜਾਂਦੇ ਆ। ਲੀਥੀਅਮ ਤੋਂ ਅੱਗੇ ਹੁੰਦਾ ਬੈਰੀਲੀਅਮ, ਠੀਕ ਹੈ। ਤੇ ਸੋਡੀਅਮ ਤੋਂ ਅੱਗੇ ਹੁੰਦਾ ਮੈਗਨੀਸ਼ੀਅਮ, ਪੋਟਾਸ਼ੀਅਮ ਤੋਂ ਅੱਗੇ ਕੈਲਸ਼ੀਅਮ, ਰੂਬੀਡੀਅਮ ਤੋਂ ਅੱਗੇ ਸਟ੍ਰੋਂਸ਼ੀਅਮ, ਸੀਜ਼ੀਅਮ ਤੋਂ ਅੱਗੇ ਬੇਰੀਅਮ ਤੇ ਫ੍ਰੈਂਸੀਅਮ ਤੋਂ ਅੱਗੇ ਹੁੰਦਾ ਰੇਡੀਅਮ। ਇਹ ਸਾਰੇ ਦੇ ਸਾਰੇ ਹੀ ਮੈਟਲਸ ਨੇ। ਜੇਕਰ ਆਪਾਂ ਇਹਨਾਂ ਦੀ ਵੀ ਗੱਲ ਕਰੀਏ, ਆ ਜਿਹੜੇ ਆਪਾਂ ਹੁਣ ਬਣਾਏ ਆ ਇਹ ਵੀ ਕੀ ਹੈਗੇ? ਮੈਟਲਸ ਦੇ। ਜੇ ਤੁਹਾਨੂੰ ਕਿਤੇ ਮੈਟਲ ਦੀ ਐਗਜ਼ਾਮਪਲ ਲਿਖਣੀ ਪੈ ਜਾਂਦੀ ਆ, ਮੈਂ ਮੈਟਲਸ ਬਾਰੇ ਹੀ ਦੱਸਦਾ ਪਿਆ। ਆ ਜਿੰਨੇ ਵੀ ਮੈਂ ਇਸ ਬਲਾਕ ਵਿੱਚ ਬਣਾ ਚੁੱਕਿਆ ਵਾਂ ਹਾਈਡਰੋਜਨ ਤੋਂ ਇਲਾਵਾ ਬਾਕੀ ਸਾਰੇ ਮੈਟਲ ਨੇ। ਹੁਣ ਆਪਾਂ ਗੱਲ ਕਰੀਏ ਡੀ ਬਲਾਕ। ਡੀ ਬਲਾਕ ਦਾ ਸਾਰਾ ਬਲਾਕ ਮੈਟਲਸ ਨਾਲ ਭਰਿਆ ਪਿਆ। ਆਲ ਮੈਟਲਸ ਆ ਇੱਥੇ। ਹੁਣ ਇੱਥੇ 4 ਸੀਰੀਜ਼ ਹੁੰਦੀਆਂ। ਇੱਥੇ 4 ਸੀਰੀਜ਼ ਹੁੰਦੀਆਂ 1, 2, 3 ਤੇ 4। ਜਿਹੜੀ ਪਹਿਲੀ ਸੀਰੀਜ਼ ਆ ਉਹ ਸਕੈਂਡੀਅਮ ਤੋਂ ਚੱਲਦੀ। ਸਕੈਂਡੀਅਮ, ਟਾਈਟੇਨੀਅਮ, ਵੈਨੇਡੀਅਮ, ਕ੍ਰੋਮੀਅਮ, ਮੈਗਨੀਜ਼, ਆਇਰਨ, ਕੋਬਾਲਟ, ਨਿਕਲ, ਕਾਪਰ, ਜਿੰਕ ਤੇ ਖਤਮ ਹੁੰਦੀ ਜਾ ਕੇ। ਜਿਹੜੀ ਦੂਸਰੀ ਸੀਰੀਜ਼ ਹੈਗੀ ਆ ਯਟਰੀਅਮ ਤੋਂ ਚੱਲਦੀ। ਯਟਰੀਅਮ ਤੋਂ ਚੱਲਦੀ ਆ ਤੇ ਇਹ ਕਿੱਥੇ ਖਤਮ ਹੋਣੀ ਆ? ਕੈਡਮੀਅਮ ਤੇ ਜਾ ਕੇ। ਤੀਸਰੀ ਲੈਂਥੇਨੀਅਮ ਤੋਂ ਚੱਲਦੀ ਤੇ ਕਿੱਥੇ ਜਾ ਕੇ ਖਤਮ ਹੁੰਦੀ? ਮਰਕਰੀ ਤੇ। ਇਹ ਮੈਂ ਕਿਉਂ ਦੱਸਦਾ ਪਿਆ? ਕਿਉਂਕਿ ਮੈਂ ਕਿਹਾ ਸਾਰੇ ਮੈਟਲ, ਇਹਨਾਂ 'ਚ ਇੱਕ ਮੈਟਲ ਆਉਂਦਾ ਮਰਕਰੀ। ਇਹਦੇ ਬਾਰੇ ਆਪਾਂ ਨੂੰ ਖਾਸ ਪਤਾ ਰਵੇ। ਮਰਕਰੀ ਇੱਕੋ ਇੱਕ ਮੈਟਲ ਆ ਜਿਹੜਾ ਲਿਕੁਇਡ ਸਟੇਟ ਵਿੱਚ ਹੁੰਦਾ। ਤੁਹਾਨੂੰ ਅੱਗੇ ਜਾ ਕੇ ਪੇਜਿਸ ਦਾ ਇੱਕ ਕੁਐਸਚਨ ਵੀ ਆ ਜਾਣਾ, ਮੈਟਲ ਦਾ ਨਾਮ ਦੱਸੋ ਜਿਹੜਾ ਲਿਕੁਇਡ ਸਟੇਟ ਵਿੱਚ ਹੁੰਦਾ। ਕੀ ਨਾਮ ਹੁੰਦਾ? ਮਰਕਰੀ। ਮਰਕਰੀ ਐਗਜ਼ਿਸਟ ਕਰਦਾ ਇਨ ਲਿਕੁਇਡ ਸਟੇਟ। ਲਿਕੁਇਡ ਸਟੇਟ ਵਿੱਚ ਐਗਜ਼ਿਸਟ ਕਰੂਗਾ। ਫਿਰ ਸ਼ੁਰੂ ਹੋ ਜਾਂਦਾ ਪੀ ਬਲਾਕ। ਆ ਵੀ ਸਾਰੇ ਮੈਟਲ ਤੁਹਾਡੇ ਕੋਲ ਕਿੰਨੀਆਂ ਐਗਜ਼ਾਮਪਲਾਂ ਹੋ ਜਾਣਗੀਆਂ?
ਪੀ ਬਲੌਕ ਸ਼ੁਰੂ ਹੋ ਜਾਂਦਾ। ਪੀ ਬਲੌਕ 13 ਗਰੁੱਪ ਤੋਂ ਚੱਲਦਾ। ਜਿੱਦਾਂ ਆ ਕਿੱਥੇ ਹੀ 2 ਤੱਕ, ਆ 3 ਤੋਂ ਸ਼ੁਰੂ ਹੁੰਦਾ 12 ਤੇ ਖਤਮ ਹੋ ਜਾਂਦਾ। ਫਿਰ ਇਹ 13 ਤੋਂ ਚੱਲੂਗਾ ਤੇ 18 ਤੇ ਖਤਮ ਹੋਣਾ। 18 ਤੱਕ ਗਰੁੱਪ ਹੁੰਦੇ ਨਾ, 13 ਤੋਂ ਚੱਲਣਾ ਤੇ 18 ਤੇ। ਇਹਦੇ ਵਿੱਚ ਮੈਟਲਸ ਵੀ ਲੱਭਣੇ ਥੋੜੇ ਬਹੁਤ ਤੇ ਜ਼ਿਆਦਾਤਰ ਇਹਦੇ ਵਿੱਚ ਕੀ ਹੋਣੇ, ਨੌਨ ਮੈਟਲਸ। ਪੀ ਬਲੌਕ ਵਿੱਚ, ਐਫ ਬਲੌਕ ਵਿੱਚ ਵੀ ਮੈਟਲਸ। ਤੇ ਆਪਣੀ ਪੀਰੀਓਡਿਕ ਟੇਬਲ ਦੇ ਵਿੱਚ ਜਿੱਥੇ ਵੀ ਧਿਆਨ ਵੱਜਦਾ ਮੈਟਲ ਹੀ ਦਿਖਦੇ ਨੇ, ਨੌਨ ਮੈਟਲ ਬਹੁਤ ਘੱਟ ਹੁੰਦੇ। ਨੌਨ ਮੈਟਲ ਜ਼ਿਆਦਾਤਰ ਹੁੰਦੀਆਂ ਵਾ ਗੈਸਿਸ, ਜਿਵੇਂ ਆਕਸੀਜਨ ਹੋ ਗਈ, ਨਾਈਟ੍ਰੋਜਨ ਹੋ ਗਈ, ਆਰਗਨ ਹੋ ਗਈ, ਹੀਲੀਅਮ ਹੋ ਗਈ, ਗੈਸਿਸ ਨੇ। ਮੈਂ ਨੌਨ ਮੈਟਲ ਦੀ ਐਗਜ਼ਾਮਪਲ ਲਿਖ ਦਿੰਦਾ, ਹੀਲੀਅਮ, ਨਿਓਨ, ਆਰਗਨ, ਕ੍ਰਿਪਟਨ, ਜ਼ੀਨੋਨ, ਰੇਡੋਨ, ਇਹੋ ਜਿਹੇ ਹੁੰਦੇ ਨੇ। ਠੀਕ ਹੈ, ਮੈਟਲ ਬਾਰੇ ਆਪਾਂ ਨੂੰ ਕੀ ਪਤਾ ਲੱਗਾ, ਮੈਂ ਜੋ ਵੀ ਇੱਥੇ ਥੋੜਾ ਬਹੁਤ ਦੱਸਿਆ। ਮੈਟਲ ਦੀ ਪਹਿਲੀ ਪਹਿਚਾਣ ਕੀ ਹੈਗੀ ਆ, ਮੈਟਲ ਐਗਜ਼ਿਸਟ ਇਨ ਸੋਲਿਡ ਫਾਰਮ ਜਾਂ ਸੋਲਿਡ ਸਟੇਟ। ਤੇ ਇੱਕ ਐਕਸੈਪਸ਼ਨ ਯਾਦ ਰੱਖਣੀ ਆ, ਕੈਮਿਸਟਰੀ ਦੇ ਵਿੱਚ ਐਕਸੈਪਸ਼ਨਸ ਲੱਭੀ ਹੀ ਜਾਣੀਆਂ। ਇੱਕ ਐਕਸੈਪਸ਼ਨ ਯਾਦ ਰੱਖ ਲਓ, ਮਰਕਰੀ ਦਾ ਸਿੰਬਲ ਵੀ ਯਾਦ ਰੱਖੋ, Hg। ਮਰਕਰੀ ਐਗਜ਼ਿਸਟ ਕਰਦਾ ਵਾ, ਐਗਜ਼ਿਸਟ ਇਨ ਲਿਕੁਇਡ ਸਟੇਟ। ਥਰਮੋਮੀਟਰ ਚ ਹੁੰਦਾ ਜੇ ਮਰਕਰੀ, ਤੇ ਉਹ ਲਿਕੁਇਡ ਸਟੇਟ ਵਿੱਚ ਹੀ ਹੁੰਦਾ। ਅਗਲਾ ਆਪਾਂ ਮੈਟਲਸ ਦੀ ਪ੍ਰੋਪਰਟੀ, ਮੈਟਲ ਦਾ ਗੁਣ ਫਿਜ਼ੀਕਲੀ ਕੀ ਵੇਖੀਏ। ਫਿਜ਼ੀਕਲ ਪ੍ਰੋਪਰਟੀਜ਼ ਜੀ ਜੋ ਵੀ ਆਪਾਂ ਡਿਸਕਸ ਕਰ ਲੱਗੇ, ਇਹ ਫਿਜ਼ੀਕਲ ਪ੍ਰੋਪਰਟੀਜ਼ ਆ। ਫਿਜ਼ੀਕਲ ਪ੍ਰੋਪਰਟੀਜ਼ ਆਫ ਮੈਟਲ। ਇਹਦੇ ਚ ਪਹਿਲਾਂ ਆਪਾਂ ਫਿਜ਼ੀਕਲ ਸਟੇਟ ਬਾਰੇ ਦੱਸਦਾ। ਦੂਸਰੀ ਫਿਜ਼ੀਕਲ ਪ੍ਰੋਪਰਟੀ ਕੀ ਹੈਗੀ ਆ, ਜਿਹੜੇ ਮੈਟਲ ਹੁੰਦੇ ਨਾ ਉਹ ਬੜੇ ਜ਼ਿਆਦਾ ਮੈਲੀਏਬਲ ਹੁੰਦੇ। ਇਹਨਾਂ ਨੂੰ ਜੇਕਰ ਆਪਾਂ ਹੈਮਰ ਨਾਲ ਬੀਟ ਕਰਦੇ ਆ, ਟੁੱਟਦੇ ਨਹੀਂ, ਸਗੋਂ ਪਤਲੇ ਹੋਈ ਜਾਂਦੇ, ਸ਼ੀਟਸ ਵਿੱਚ ਕਨਵਰਟ ਹੋਈ ਜਾਂਦੇ। ਆਪਾਂ ਕਹਿ ਸਕਦੇ ਆ ਮੈਟਲਸ ਕੀ ਹੁੰਦੇ ਆ, ਮੈਟਲਸ ਆਰ ਮੈਲੀਏਬਲ ਇਨ ਨੇਚਰ। ਮੈਟਲਸ ਆਰ ਮੈਲੀਏਬਲ ਇਨ ਨੇਚਰ। ਮੈਲੀਏਬਲ ਦਾ ਮਤਲਬ ਹੁਣੇ ਤੁਹਾਨੂੰ ਮੈਂ ਦੱਸਿਆ, ਕਿਹਦੇ ਵਿੱਚ ਕਨਵਰਟ ਹੋ ਜਾਣਾ, ਥਿਨ ਸ਼ੀਟਸ ਵਿੱਚ। ਆਪਾਂ ਕਹਿ ਸਕਦੇ ਮੈਲੀਏਬਲ ਦਾ ਮਤਲਬ ਕੀ ਹੁੰਦਾ ਵਾ, ਉਹ ਗੁਣ ਜਿਹਦੇ ਕਾਰਨ ਕੋਈ ਚੀਜ਼ ਬਦਲ ਜੇ ਥਿਨ ਸ਼ੀਟ ਵਿੱਚ, ਕਨਵਰਟ ਇਨਟੂ ਥਿਨ ਸ਼ੀਟਸ। ਉਸ ਤੋਂ ਬਾਅਦ ਅਗਲਾ ਗੁਣ ਆਪਾਂ ਕੀ ਕਹਿ ਸਕਦੇ, ਮੈਟਲ ਦੀਆਂ ਤਾਰਾਂ ਵੀ ਤੇ ਬਣਦੀਆਂ ਹੀ ਆ ਨਾ। ਜੇਕਰ ਆਪਾਂ ਘਰਾਂ ਦੇ ਵਿੱਚ ਵੇਖੀਏ, ਕਾਪਰ ਦੀਆਂ ਤਾਰਾਂ ਹੁੰਦੀਆਂ ਵਾ, ਠੀਕ ਹੈ ਨਾ, ਤੇ ਇਹਨੂੰ ਆਪਾਂ ਵਾਇਰਸ ਵਿੱਚ ਵੀ ਬਦਲ ਸਕਦੇ। ਤੇ ਆ ਮੈਲੀਏਬਲ ਤੁਸੀਂ ਆਮ ਦੇਖਿਆ ਹੋਣਾ, ਜਿਸ ਕਾਗਜ਼ ਦੇ ਵਿੱਚ ਆਪਾਂ ਖਾਣਾ ਰੈਪ ਕਰਦੇ ਆ, ਅਲਮੀਨੀਅਮ ਦਾ ਹੁੰਦਾ ਉਹ, ਤੇ ਅਲਮੀਨੀਅਮ ਨੂੰ ਵੇਖੋ ਕਿੰਨਾ ਪਤਲਾ ਕਰ ਦਿੱਤਾ ਜਾਂਦਾ। ਇਹਦੀ ਐਗਜ਼ਾਮਪਲ ਅਲਮੀਨੀਅਮ ਆ ਸਕਦੀ। ਤੇ ਇੱਥੇ ਅਲਮੀਨੀਅਮ ਕਿੱਥੇ ਹੁੰਦਾ, 13ਵੇਂ ਗਰੁੱਪ ਦੇ ਵਿੱਚ, ਬੋਰੋਨ, ਅਲਮੀਨੀਅਮ, ਗੈਲੀਅਮ, ਇੰਡੀਅਮ ਤੇ ਥੈਲੀਅਮ। ਆ ਜੇ ਅਲੂਮੀਨੀਅਮ ਜਿਹੜਾ ਕਾਫੀ ਜ਼ਿਆਦਾ ਮੈਲੀਏਬਲ ਆ। ਗੋਲਡ ਬੜਾ ਜ਼ਿਆਦਾ ਮੈਲੀਏਬਲ ਹੁੰਦਾ, ਤੇ ਮਰਕਰੀ ਤੋਂ ਪਿੱਛੇ ਗੋਲਡ ਹੀ ਹੁੰਦਾ। ਮਰਕਰੀ ਦਾ ਐਟੋਮਿਕ ਨੰਬਰ 80 ਹੁੰਦਾ, ਗੋਲਡ ਦਾ ਐਟੋਮਿਕ ਨੰਬਰ 79 ਹੁੰਦਾ। ਮਰਕਰੀ 80 ਨੰਬਰ ਤੇ ਆ ਤੇ ਗੋਲਡ ਕਿੰਨਵੇਂ ਨੰਬਰ ਤੇ ਹੁੰਦਾ, 79 ਤੇ। ਇਹ ਦੋਨੇ ਕਾਫੀ ਜ਼ਿਆਦਾ ਮੈਲੀਏਬਲ ਨੇ। ਮੈਲੀਏਬਲ ਦੀ ਐਗਜ਼ਾਮਪਲ ਆਪਾਂ ਲਿਖ ਸਕਦੇ ਆ, ਐਗਜ਼ਾਮਪਲ ਮਰਕਰੀ ਤੇ ਦੂਜੀ ਐਗਜ਼ਾਮਪਲ ਹੈਗੀ ਆ ਗੋਲਡ। ਇਸ ਤੋਂ ਨੈਕਸਟ ਮੈਟਲਸ ਜਿਹੜੇ ਹੁੰਦੇ ਆ, ਮੈਟਲਸ ਆਰ ਡਕਟਾਈਲ ਇਨ ਨੇਚਰ। ਡਕਟਾਈਲ ਦਾ ਮਤਲਬ ਹੈਗਾ ਵਾ ਜਿਨ੍ਹਾਂ ਨੂੰ ਆਪਾਂ ਵਾਇਰਸ ਵਿੱਚ ਕਨਵਰਟ ਕਰ ਸਕੀਏ। ਡਕਟਾਈਲ ਦਾ ਮਤਲਬ ਕੀ ਹੈਗਾ ਵਾ, ਕਨਵਰਜਨ ਆਫ ਮੈਟਲ ਇਨਟੂ ਵਾਇਰਸ। ਤਾਰਾਂ ਬਣਾ ਸਕਦੇ ਆ ਆਪਾਂ ਇਹਦੀਆਂ, ਇਹਨਾਂ ਦੇ ਵਿੱਚੋਂ ਇਲੈਕਟ੍ਰੀਕਲ ਟਰਾਂਸਮਿਸ਼ਨ ਕਰ ਸਕਦੇ। ਬਿਜਲੀ ਜਿਹੜੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਸਕਦੀ ਆ ਮੈਟਲਸ ਦੀ ਮਦਦ ਨਾਲ। ਤੇ ਆਮ ਤਾਰਾਂ ਮੈਟਲਸ ਦੀਆਂ ਹੀ ਹੁੰਦੀਆਂ, ਨੌਨ ਮੈਟਲ ਦੀ ਤੇ ਆਪਾਂ ਬਣਾਉਣੇ ਨਹੀਂ। ਤੇ ਫਿਰ ਮੈਟਲਸ ਦੀਆਂ ਤਾਰਾਂ ਜਿਹੜੀਆਂ ਵਾ, ਉਹਨਾਂ 'ਚ ਫੇਮਸ ਮੈਟਲ ਕਿਹੜਾ ਹੈਗਾ, ਕਾਪਰ ਦਾ ਸਿੰਬਲ Cu ਹੁੰਦਾ ਜੀ, ਪੂਰਾ ਨਾਮ ਕਾਪਰ ਤੇ ਸਿੰਬਲ Cu।
ਠੀਕ ਹੈ। 29 ਨੰਬਰ ਤੇ ਹੁੰਦਾ, 29 ਇਹਦਾ ਅਟੋਮਿਕ ਨੰਬਰ ਹੁੰਦਾ। ਅਟੋਮਿਕ ਨੰਬਰ ਨੂੰ Z ਨਾਲ ਵੀ ਰਿਪਰੈਜ਼ੈਂਟ ਕਰ ਲਈਦਾ। ਇਹ 3 ਗੁਣ ਮੈਂ ਹਜੇ ਇਹਨਾਂ ਦੇ ਦੱਸੇ ਆ। ਸੋਲਿਡ ਸਟੇਟ ਵਿੱਚ ਐਗਜ਼ਿਸਟ ਕਰਦੇ, ਮੈਲੀਏਬਲ ਹੁੰਦੇ ਤੇ ਡਕਟਾਈਲ ਹੁੰਦੇ। ਪ੍ਰੋਪਰ ਨੋਟਸ ਬਣਾਓ। ਪਹਿਲੋਂ ਭਾਵੇਂ ਚੈਪਟਰ ਤੁਸੀਂ ਪੜ੍ਹਿਆ ਹੋਵੇ, ਉਹ ਬਾਅਦ ਦੀ ਗੱਲ ਹੈ। ਨਵੇਂ ਸਿਰੇ ਤੋਂ ਦੁਬਾਰਾ ਤੋਂ ਨੋਟਸ ਬਣਾਓ ਇਹਨਾਂ ਦੇ, ਤੇ ਫਿਰ ਕੁਐਸਚਨ ਕਰੋਗੇ, ਫਾਇਦਾ ਵੀ ਹੋਊਗਾ। ਕੁਐਸਚਨ ਸਮਝ ਆਉਣ ਲੱਗ ਪੈਣਗੇ। ਸਿੱਧੇ ਕੁਐਸਚਨ ਨਹੀਂ ਕਰਨੇ, ਪਹਿਲਾਂ ਚੈਪਟਰ ਚੱਜ ਨਾਲ ਦੇਖਾਂਗੇ। ਠੀਕ ਹੈ, ਅੱਜ ਇੱਥੋਂ ਤੱਕ ਕਰਨੀ ਆ। 3 ਫਿਜ਼ੀਕਲ ਪ੍ਰੋਪਰਟੀਜ਼ ਦੱਸੀਆਂ ਵਾ, ਦਿਮਾਗ 'ਚ ਬੈਠ ਜਾਣ। ਕੱਲ੍ਹ ਫਿਜ਼ੀਕਲ ਪ੍ਰੋਪਰਟੀਜ਼ ਅੱਗੇ ਹੋਰ ਕੰਟੀਨਿਊ ਕਰਾਂਗੇ।